दान करके तुम्हारा कर्म पाया तुम जिनको सिद्धांत हर के लाल को आतित करे अनाथवान सुनो बड़े भाग्यो सगल मनोरथ पूरे बार रहम प्रभ पाया करे सर्व दुख रोग संताप सुनी सच्ची वाणी संत साजन पे पूरे गुण पे सुनते पुनीत ਹਾਂਜੀ ਪ੍ਰਧਾਨ ਦਰਬਾਰ ਪਹੁੰਚੇ ਹੈਗੇ ਹੋ ਕੀ ਜਾਣਕਾਰੀ ਸ਼ਬਦ ਅੱਜ ਗਾਣ ਦੇ ਨਾਲ ਨੈਤਿਕ ਦੀ ਕਮੇਟੀ ਹੈ, ਬਹੁਤ ਸਾਰੇ ਸਹਿਯੋਗੀਆਂ ਨੇ ਕਰੋੜਾਂ ਰੁਪਇਆ ਲਾ ਕੇ ਇੱਕ ਬਹੁਤ ਹੀ ਸੁੰਦਰ ਇਮਾਰਤ ਜਿਹੜੀ ਹੈ ਦਰਬਾਰ ਸਾਹਿਬ ਦੀ ਉਹ ਬਣਾਈ ਹੈ। ਔਰ ਅੱਜ ਉਹਦੀ ਸ਼ੁਰੂਆਤ ਕਰਨੀ ਹੈ ਗੁਰੂ ਮਹਾਰਾਜ ਦੇ ਅੱਗੇ ਬੇਨਤੀਆਂ ਕਰਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਸ ਇਲਾਕੇ ਦਾ ਇਹ ਗੁਰਦੁਆਰਾ ਸਾਹਿਬ ਮੇਨ ਗੁਰਦੁਆਰਾ ਹੈਗਾ, ਜਿਹਦੇ ਵਿੱਚ ਲੋਕ ਬੜੀ ਸ਼ਰਧਾ ਸਤਿਕਾਰ ਰੱਖਦੇ ਨੇ। ਸੰਗਤਾਂ ਦੀ ਆਮਦ ਜਿਹੜੀ ਹੈ ਇੱਥੇ ਤੇ ਹਮੇਸ਼ਾ ਹੀ ਬਣੀ ਰਹਿੰਦੀ ਹੈ। ਅੱਜ ਇਸ ਸ਼ੁਭ ਮੌਕੇ ਦੇ ਉੱਤੇ ਮੈਨੂੰ ਆਉਣ ਦਾ ਜਿਹੜਾ ਹੈ ਇੱਥੇ ਮਾਣ ਪ੍ਰਾਪਤ ਹੋਇਆ। ਮਹਾਮਾਰੀ ਦਾ ਦੌਰ ਚੱਲ ਰਿਹਾ ਹੈਗਾ ਜੀ ਸੂਬੇ ਵਿੱਚ, ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਹੈਗੇ ਨੇ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਲਈ ਜਿਹੜੇ ਕੀਤੇ ਗਏ ਹੈਗੇ ਨੇ ਜਿਹੜੇ ਧਾਰਮਿਕ ਸਥਾਨਾਂ ਦੇ ਉੱਪਰ ਜਾਂਦੇ ਨੇ? ਦੇਖੋ, ਇਹ ਜਿਹੜਾ ਮਹਾਂਮਾਰੀ ਇਹ ਚੱਲ ਰਹੀ ਹੈ, ਇਹਦਾ ਬੜਾ ਵੱਡਾ ਸੰਕਟ ਹੈਗਾ ਸਾਰੇ ਸੰਸਾਰ ਦੇ ਵਿੱਚ ਹੀ ਹੈ ਕਰੋਨਾ ਮਹਾਂਮਾਰੀ ਦਾ। ਸੋ ਇੱਥੇ ਸਰਕਾਰ ਦੀਆਂ ਜੋ ਗਾਈਡਲਾਈਨਸ ਨੇ, ਵੱਡੇ ਇਕੱਠ ਨਹੀਂ ਕਰਨੇ, ਸਾਰੀਆਂ ਜਿਹੜੀਆਂ ਜੋ ਸਿਹਤ ਵਿਭਾਗ ਦੀਆਂ ਹਦਾਇਤਾਂ ਨੇ ਉਹਦੀ ਪਾਲਣਾ ਕਰਨੀ ਹੈ, ਪ੍ਰੀਕਾਸ਼ਨ ਪੂਰਾ ਰੱਖਣਾ ਹੈਗਾ। ਉਹਦੇ ਲਈ ਅਸੀਂ ਵੀ ਸਾਰਾ ਗੁਰੂ ਘਰਾਂ ਦੇ ਵਿੱਚ ਸਾਰੀ ਇਹ ਬੇਨਤੀ ਕੀਤੀ ਹੈ ਵੀ ਪੂਰੇ ਪ੍ਰੀਕਾਸ਼ਨ ਰੱਖੋ, ਸਰਕਾਰ ਦੀਆਂ ਗਾਈਡਲਾਈਨ ਮੁਤਾਬਕ ਚੱਲੋ, ਔਰ ਜੋ ਵੀ ਹਦਾਇਤਾਂ ਨੇ ਸਿਹਤ ਦੀਆਂ ਉਹਦਾ ਖਿਆਲ ਰੱਖੋ, ਕਿਉਂਕਿ ਜਿਹੜੀ ਵਾਇਰਸ ਹੈਗੀ ਬਹੁਤ ਖਤਰਨਾਕ ਹੈਗੀ, ਬੜੀ ਫੈਲਦੀ ਜਾ ਰਹੀ ਹੈ ਅਤੇ ਸਾਰੇ ਹੀ ਲੋਕ ਚਿੰਤਤ ਨੇ। ਉਸ ਕਰਕੇ ਸਾਰਾ ਇਸ ਤਰ੍ਹਾਂ ਦੀਆਂ ਗੁਰੂ ਘਰਾਂ ਦੇ ਵਿੱਚ ਵੀ ਸਾਰੀਆਂ ਉਹ ਰੱਖੀਆਂ ਜਾਂਦੀਆਂ ਨੇ, ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ, ਡਿਸਟੈਂਸ ਵੀ ਰੱਖਿਆ ਜਾਂਦਾ ਹੈ, ਮਾਸਕ ਵੀ ਪਾਏ ਜਾਂਦੇ ਨੇ ਅਤੇ ਸੈਨੀਟਾਈਜ਼ਰ ਦਾ ਵੀ ਵਰਤੋਂ ਕੀਤੀ ਜਾਂਦੀ ਹੈ। ਸੋ ਮੈਂ ਵੀ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਪੂਰੀ ਤਰ੍ਹਾਂ ਇਹਦੇ ਉੱਤੇ ਪਹਿਰਾ ਦਿਓ ਜੋ ਵੀ ਸਰਕਾਰ ਦੀਆਂ ਹਦਾਇਤਾਂ ਨੇ, ਤਾਂ ਕਿ ਆਪਾਂ ਇਹ ਵਾਇਰਸ ਜਿਹੜੀ ਬੜੀ ਫੈਲ ਰਹੀ ਹੈ ਇਹ ਤੋਂ ਬਚਿਆ ਜਾ ਸਕੇ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ, ਕਿਸੇ ਮੈਂਬਰ ਨੇ ਆਪਣੀ ਮਾਤਾ ਜੀ ਨੂੰ ਜਿਹੜਾ ਹੈਗਾ ਘਰੋਂ ਬਾਹਰ ਕੱਢ ਦਿੱਤਾ ਹੈਗਾ। ਮੈਂਬਰ ਨਹੀਂ ਹੈਗਾ, ਕੋਈ ਸਾਡਾ ਮੈਂਬਰ ਨਹੀਂ ਹੈਗਾ ਸ਼੍ਰੀ ਗੁਰਦੁਆਰਾ ਪ੍ਰਬੰਧਕ ਦਾ, ਕਿਸੇ ਨੇ ਵੀ ਹੈ ਨਹੀਂ। ਕਿਉਂਕਿ ਵੈਸੇ ਤਾਂ ਅਸੀਂ ਤਾਂ ਕਹਿੰਦੇ ਹਾਂ, ਜਿਹੜਾ ਗੁਰੂ ਸਾਹਿਬ ਨੂੰ ਮੰਨਣ ਵਾਲਾ ਹੈ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਸਥਾ ਰੱਖਦਾ ਹੈ, ਉਹਦੇ ਵਿੱਚ ਤਾਂ ਹਮੇਸ਼ਾ ਸਾਨੂੰ ਮਾਤਾ ਪਿਤਾ ਦੀ ਸੇਵਾ ਕਰਨਾ, ਬਜ਼ੁਰਗਾਂ ਦੀ ਸੇਵਾ ਕਰਨਾ, ਬਿਮਾਰਾਂ ਦੀ ਸੇਵਾ ਕਰਨ ਦੀ ਸਾਰਾ ਕੁਝ ਇਹ ਗਿਆਨ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ 'ਚ ਮਿਲਦਾ। ਸਾਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਹੈ, ਬਜ਼ੁਰਗਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਬਜ਼ੁਰਗਾਂ ਨੇ ਆਪਣੇ ਪਰਿਵਾਰ ਦੇ ਲਈ ਕੁੜੀਆਂ ਘਾਲੀਆਂ ਹੁੰਦੀਆਂ ਨੇ। ਜਦੋਂ ਵੱਡੀ ਉਮਰ ਹੋ ਜਾਂਦੀ ਹੈ, ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਮਾਂ ਬਾਪ ਦੀ ਸੇਵਾ ਕਰੀਏ, ਕਿਉਂਕਿ ਅਸਲੀ ਰੱਬ ਦੀ ਸੇਵਾ ਹੀ ਹੈ ਜੇ ਅਸੀਂ ਬਜ਼ੁਰਗਾਂ ਦੀ ਸੇਵਾ ਕਰਾਂਗੇ, ਮਾਂ ਬਾਪ ਦੀ ਸੇਵਾ ਕਰਾਂਗੇ। ਇਸ ਤਾਂ ਇਹੀ ਜਿਹੜੀ ਹੈ ਬੇਨਤੀ ਕਰਦੇ ਹਾਂ। ਢੱਡਰੀਆਂ ਦੇ ਮਾਮਲੇ ਨੂੰ ਲੈ ਕੇ ਹੈਗਾ ਜੀ, ਜਿਹੜਾ ਹੈਗਾ ਐਜੀਪੀਸੀ ਵੱਲੋਂ ਵੀ ਰੱਖਿਆ ਗਿਆ ਅਤੇ ਜਥੇਦਾਰ ਜੀ ਨੇ ਵੀ ਜਿਹੜਾ ਹੈਗਾ ਮਾਫੀ ਮੰਗਣ ਲਈ ਕਿਹਾ, ਉਹਨਾਂ ਨੂੰ ਬੁਲਾਇਆ ਗਿਆ ਕਿਤੇ, ਕੀ ਮਾਮਲਾ ਕਿਸ ਤਰ੍ਹਾਂ ਦੇਖਦੇ ਜੀ? ਬਿਲਕੁਲ, ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਇੱਕ ਸਰਬ ਉੱਚ ਵੱਡੀ ਸੰਸਥਾ ਹੈਗੀ ਹੈ। ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੁੰਦਾ ਹੈ, ਉਹਦੇ ਸਾਰੇ ਹੀ ਨਾਨਕ ਨਾਮ ਜਿਹੜਾ ਗੁਰਸਿੱਖ ਨੇ ਜਿਹੜੇ ਉਹ ਪਾਲਣਾ ਕਰਦੇ ਨੇ। ਔਰ ਜੋ ਵੀ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਹੈ, ਸਾਨੂੰ ਸਾਰਿਆਂ ਨੂੰ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿ ਸਾਰਾ ਸਿੱਖ ਪੰਥ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੈ, ਬੜਾ ਜਿਹੜਾ ਸਤਿਕਾਰ ਕਰਦਾ ਹੈ। ਔਰ ਸਾਨੂੰ ਸਾਰਿਆਂ ਨੂੰ ਉਹਨਾਂ ਆਦੇਸ਼ਾਂ ਦੀ ਜਿਹੜੀ ਹੈ ਉਹ ਪਾਲਣਾ ਕਰਨੀ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਵੀ ਗੱਲ ਚੱਲੀ ਹੈ ਵੀ ਪਹਿਲਾਂ 267 ਸੀਗੇ, ਵੱਧ ਕੇ 328 ਹੋ ਗਏ। ਇੱਕ ਪਾਸੇ ਇਹ ਗੱਲ ਵੀ ਚੱਲ ਰਹੀ ਹੈ ਬਈ ਸਰੂਪ ਛਪੇ ਹੀ ਨਹੀਂ। ਜੇ ਮੰਨ ਲਓ ਵੀ ਇਨਕੁਆਇਰੀ ਹੋਈ ਹੈ, ਸਬ ਕਮੇਟੀ ਨੇ ਰਿਪੋਰਟ ਦਿੱਤੀ ਹੈ, ਤਾਂ ਜਦੋਂ ਛਪੇ ਹੀ ਨਹੀਂ ਹੈਗੇ ਤਾਂ ਫਿਰ ਰਿਪੋਰਟ ਕਾਹਦੀ ਸੀਗੀ? ਦੂਜਾ ਬਈ ਗਿਆਨੀ ਇਕਬਾਲ ਸਿੰਘ ਨੂੰ ਇਹ ਗੱਲ ਕਹਿ ਕੇ ਸਾਰ ਦਿੱਤਾ ਵੀ ਸਾਡੀ ਅਸਹਿਮਤੀ ਹੈ। ਇਹ ਢੱਡਰੀ ਵਾਲਾ ਵੀ ਇਹ ਗੱਲ ਕਹਿ ਰਹੇ ਵੀ ਜਦੋਂ ਸਾਡੀ ਅਸਹਿਮਤੀ ਹੈ ਤਾਂ ਫਿਰ ਮੇਰੇ ਤੇ ਕਾਰਵਾਈ ਕਿਉਂ? ਉਹ ਤੇ ਅਸਹਿਮਤੀ ਕਹਿ ਕੇ ਹੋਰ ਸਾਰੇ। ਦੇਖੋ, ਸ੍ਰੀ ਅਕਾਲ ਤਖਤ ਸਾਡੇ ਲਈ ਸਰਵਉੱਚ ਹੈ।
ਅਸੀਂ ਉਹਦੇ ਤੇ ਕਿਰਕੀ ਪ੍ਰਭੂ ਨਹੀਂ ਕਰ ਸਕਦੇ। ਜੋ ਉਹਨਾਂ ਦੇ ਆਦੇਸ਼ ਨੇ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬਾਕੀ ਜੋ ਜਾਂਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਦੀ ਸੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨੇ ਆਪਣੀ ਜਾਂਚ ਮੁਕੰਮਲ ਕਰਕੇ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਨੇ ਸਾਨੂੰ ਸੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦੇ 'ਤੇ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਗਿਆ। ਔਰ ਸਾਡੀ ਕੱਲ੍ਹ ਇੱਕ ਅੰਤਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ, ਉਹਦੇ ਵਿੱਚ ਹੀ ਸਾਰੀ ਜੋ ਜਾਂਚ ਕਮੇਟੀ ਨੇ ਉਹ ਕਾਰਵਾਈ ਕੀਤੀ ਹੈ ਜੋ ਸਾਨੂੰ ਸੌਂਪੀ ਗਈ ਹੈ, ਉਹਦੇ 'ਤੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ। ਉਹ ਕਹਿੰਦੇ ਜੀ ਜੇ ਮੇਰੇ ਖਿਲਾਫ ਜਿਹੜੇ ਕੋਈ ਪ੍ਰੂਫ ਹੈਗੇ ਨੇ ਉਹ ਤਾਂ ਟੀਵੀ ਤੇ ਲੈ ਕੇ ਵੀ ਲਾਈਵ ਹੋਣ, ਵੀ ਸਾਰੀ ਮਤਲਬ ਮੇਰੇ ਖਿਲਾਫ ਜੇ ਕੋਈ ਪ੍ਰੂਫ ਹੈਗਾ ਉਹਨਾਂ ਕੋਲ। ਦੇਖੋ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਮਲਾ, ਮੈਂ ਤਾਂ ਇਹਦੇ ਬਾਰੇ ਕੁਝ ਵੀ ਨਹੀਂ ਕਹਿ ਸਕਦਾ। ਤਾਂ ਸ੍ਰੀ ਅਕਾਲ ਤਖਤ ਸਾਹਿਬ ਜਾ ਸਕਦੇ, ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਜਾ ਕੇ ਉਹ ਗੱਲ ਕਰਨੀ ਚਾਹੀਦੀ ਹੈ। ਸਾਰੇ ਹੀ ਵੱਡੇ ਵੱਡੇ ਲੋਕ ਗਏ ਨੇ, ਮਹਾਰਾਜ ਰਣਜੀਤ ਸਿੰਘ ਵੀ ਸ੍ਰੀ ਅਕਾਲ ਤਖਤ ਦੇ ਸਾਹਿਬ ਪਹੁੰਚੇ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਆਕੀ ਨਹੀਂ ਹੋ ਸਕਦਾ। ਸਾਨੂੰ ਜੇ ਵੀ ਕੋਈ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਪਹੁੰਚ ਕੇ ਉੱਥੇ ਆਪਣੀ ਰੱਖਣੀ ਚਾਹੀਦੀ ਹੈ। ਉਹ ਕਹਿੰਦੇ ਨਹੀਂ ਸਰ, ਧਰਮ ਦੇ ਵਿੱਚ ਵੱਡਾ ਪ੍ਰਚਾਰ ਕੀਤਾ ਜਾਂਦਾ ਹੈ। ਇਹ ਕਿਉਂ ਫਰਕ ਪੈ ਗਿਆ 267 ਤੋਂ 328 ਕਿਉਂ? ਇਹ ਤਾਂ ਉਹ ਜਾਂਚ ਕਮੇਟੀ ਦੱਸ ਸਕਦੀ, ਜਿਹਨੇ ਜਾਂਚ ਬੜੀ ਬਰੀਕੀ ਦੇ ਨਾਲ ਜਾਂਚ ਤੁਹਾਡੇ ਕੋਲੇ ਆ ਗਈ ਨੇ ਜੀ, ਉਹਨਾਂ ਨੇ ਤਾਂ ਜਾਂਚ ਸੀ। ਸਾਡੀ ਰਿਪੋਰਟ ਤਾਂ ਕੱਲ੍ਹ ਆਊਗਾ ਸਾਡੇ ਕੋਲ ਹੋਊਗਾ, ਉਹ ਸਾਰੀ ਜਾਂਚ ਦੇਖਾਂਗੇ ਉਹਦੇ ਵਿੱਚ ਕੀ ਕੁਛ ਹੈਗਾ। ਸਾਡੀ ਅੰਤਰ ਕਮੇਟੀ ਵਿੱਚ ਹੀ ਸਾਰੀ ਉਹ ਜਿਹੜੀ ਹੈ ਰਿਪੋਰਟ ਨੂੰ ਖੋਲ੍ਹਿਆ ਜਾਊਗਾ। ਕੱਟੜੀਆਂ ਵਾਲੇ ਕਹਿੰਦੇ ਜੀ ਵੀ ਜੇਕਰ ਕੋਈ ਮਾਮਲਾ ਮੇਰੇ ਉੱਤੇ ਆਉਂਦਾ ਹੈਗਾ ਤਾਂ ਜਿਵੇਂ ਸਿੱਖ ਪ੍ਰਚਾਰਕ ਕਹਿੰਦੇ ਨੇ ਵੀ ਸਿੱਖ ਦਾ ਪ੍ਰਚਾਰ ਵੀ ਅਸੀਂ ਪ੍ਰਚਾਰ ਕਰਦੇ ਹਾਂ, ਵੀ ਇਹਨਾਂ ਨੇ ਵੀਡੀਓ ਪਾਈ ਹੈਗੀ ਆ ਵੀ ਕੋਈ ਵੀ ਧਰਮ ਦਾ ਪ੍ਰਚਾਰ ਜੇ ਰਣਜੀਤ ਸਿੰਘ ਢੱਡਰੀਆਂ ਵਾਲੇ ਕਰਦੇ ਨੇ ਤਾਂ ਇਹ ਵੀਡੀਓ ਵੀ ਨਾ ਸੁਣੋ ਇਹਦੀ। ਉਹ ਤਾਂ ਪਹਿਲਾਂ ਹੀ ਮੈਂ ਕਹਿ ਸਕਦਾ। ਦੇਖੋ ਜੀ ਇਹ ਅਕਾਲ ਤਖਤ ਸਾਹਿਬ ਦਾ ਮਾਮਲਾ ਹੈ, ਇਹ 'ਤੇ ਕੋਈ ਕਮੈਂਟ ਨਹੀਂ ਕੋਈ ਦੇ ਸਕਦਾ, ਨਾ ਮੈਂ ਦੇ ਸਕਦਾ ਨਾ ਕੋਈ ਦੇ ਸਕਦਾ। ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਮਲਾ, ਇਹ ਉੱਥੇ ਜਾ ਕੇ ਹੱਲ ਹੋ ਸਕਦਾ। ਉੱਥੇ ਆਪਣੀ ਕੋਈ ਹਰ ਬੰਦਾ ਆਪਣੀ ਗੱਲ ਕਰ ਸਕਦਾ। ਗਿਆਨੀ ਇਕਬਾਲ ਸਿੰਘ ਬਾਰੇ ਕੀ ਕਹਿੰਦੇ ਜੀ ਤੁਸੀਂ, ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਸਿੰਘ ਸਾਹਿਬ ਨੇ ਕਹਿਤਾ ਸਾਰਾ ਕੁਝ ਸਾਰੇ ਸਾਹਮਣੇ ਆ ਗਿਆ। ਹੁਣ ਜੋ ਕੁਝ ਕਹਿੰਦੇ ਆਪਾਂ ਕੀ ਕਹਿੰਦੇ ਵੀ ਆਪਾਂ ਕੁਝ ਨਹੀਂ ਕਹਿ ਸਕਦੇ। ਜੋ ਅਕਾਲ ਤਖਤ ਸਾਹਿਬ ਕਹਿੰਦੇ ਉਹ ਬਿਲਕੁਲ ਉਹਦੇ ਨਾਲ ਸਹਿਮਤ ਹਾਂ, ਬਿਲਕੁਲ ਸਹਿਮਤ ਅਕਾਲ ਤਖਤ ਦੇ ਚਾਹ ਮੇਜਰ ਜੀ ਆ ਜਾਓ ਤੁਸੀਂ। ਚਲੋ ਹੈਗਾ ਕੈਮਰਾ। Thank you.
ग्रंथ साहिब श्री गुरु ग्रंथ साहिब महाराज जी पावन ते पवित्र बोध में जुड़ी गए गुरु रूप गुरु प्यारी साध संगत जी सब तो पहला जेडे खजानची सरदार मीत सिंह जी फरौड़ साहब ते मंत्री वाले मैंबर साहब अज नवा दरबार साहब आपे जेड़ा बहुत वधिया जिते समूचे इलाके वालों समूचे संगतां वालों गुरुद्वारा प्रबंधक कमेटी वालों उन्होंने जी आया भी आखदा ये सादा केवल ते केवल जिहड़े संगतां नतमस्तक होण लई आउंदियां ने ते अपने इत्थे बड़े इकट्ठ हुंदे ने बड़े समागम हुंदे ने और इन्हां समागमां नूं होर भी असीं भाई साहब भाई गोबिंद सिंह जी लमोवाल साहब बेनती की है कि इस असीं भी रखना चाहुंदा इस तो पहला भाई साहब भाई गोबिंद सिंह जी लमोवाल साहब ने असीं इत्थे हस्पताल जिहड़ा चैरिटेबल ट्रस्ट है बाबा वैक्सीना साहब चैरिटेबल ट्रस्ट ते इस तरह का प्राइवेट तौर से बहुत बड़ा अस्पताल जिला चला रहे हैं इस नगर से बहुत ही लोगों का इसे अपन पूरा सदा देंगे सारिया समस्याओं के ऐसी बढ़िया तकनीक ना बनाया भावे बहुत सारे मामले पंजाब गुरजात सिंह जी इसे विशेष तौर से बैठे ने उन्होंने भी मैं आज भी बोलता हुआ हूँ मैं बेनती करता सिर्फ इतों की जो गुरुद्वारा प्रबंधक कमेटी है प्रधान साहब के सारे मैंबर साहबान ते होर इलाके दियां समूचियां सिख संगतां और जिन्हां ने बड़ा मेहनत करके और ये जो सेवा सतगुरु महाराज की कृपा के नाल समूची संगत नूं बख्शी गई सी और वो सेवा के नाल अज इत्थे बाबा वीर सिंह जी का यह स्थान है गुरुद्वारा बैसियाना साहब एक बहुत ही सुंदर दरबार साहब की जो इमारत हैगी है जिसके करोड़ा रुपया खर्चा आया है और इतनी सोहनी इमारत बना के अज गुरु महाराज साहब का ओट आसरा लेते हुए पवित्र बाणी में श्री खंड पाठ साहब कराए गुरु अगे अरदास की है सारे ने अपने रल मिल के और अज इस गुरु घर की जी है दरबार साहब की प्रारंभता की गई है बहुत बड़ी गिनती में सिख संगत इतने पहुंचिया ने जिवें सरदार तेजा सिंह जी ने दसिया कि इस गुरु घर के नाल साडे इलाके दी संगतां साडे नगर दी संगतां बहुत श्रद्धा रखदियां ने बड़ी गिनती के इतने जुड़िया हुई ने जो भी समागम होंगे ने हर समागम उत्ते बहुत बड़ी गिनती में सिख संगत इतने होंगे ने असीं देख रहे हैं किवें सारिया सिख संगत इतने पहुँच रही ने नमस्कार करके जा रही ने क्योंकि भावें अज के हालात जोड़े ने ये ऐसे ने जो कोरोना महामारी करके जिस तरह सरकार दियां गाइडलाइनस ने या सेहत विभाग दी हदायतां ने वो भी असीं सारिਆਂ ਨੂੰ पालना करनियां पैंदियां ने इसे करके मैं समझदा कि सतगुरु महाराज की कृपा के नाल अज असीं अरदास करते हैं कि जल्द तो जल्द गुरु कृपा करे कि असीं इस महामारी के विचों बाहर निकलीए एक संकटमई दौर के विचों बाहर निकलीए क्योंकि सारे संसार के विच ऐसा जिहड़ा है महामारी का क्रोध जिहड़ा है वो चल रहा है और मैं तो बहुत खुशी हुई है कि जिथे ये गुरु घर जिहड़ा है गुरु की सिक्ख्या असीं इत्थों लैंदे हां गुरबाणी नाल जुड़दे हां और उसदे नाल सेहत सेवावां दे लई गुरुद्वारा बाबा बैसिया चैरिटेबल जिहड़ा है इत्थे और हस्पताल बनया होया है मैनूं देख के बहुत खुशी हुई है कि बहुत वधिया बिल्डिंग बनी है बहुत वधिया डॉक्टर ने आप दस रहे सन कि हर महीने और इतने कैंप भी लाया जाता है जिथे सारिया मुफ्त टैस्ट भी किए जाते हैं दवाइयां भी दी जाती हैं ये भी सतगुरु महाराज की कृपा के नाल सानू ये ऐसियां बख्शियां होंदियां ने ये गुरु घर के विच ही ने इस गुरु घर के विच असीं नाम बण के नाल जुड़दे हां साडी जिहड़ी रूह नूं शक्ति मिलती है उत्थे नाल सेहत की तंदुरुस्ती वास्ते भी सारी कमेटी ने बड़ा जिहड़ा उपराला कीता होया है ये हस्पताल चला रहे हैं जिसों सानू शरीर की तंदुरुस्ती मिलती है और शरीर जिहड़े साडे रोग ने वो
ਦੀ ਕਿਰਪਾ ਦੇ ਨਾਲ ਜਿਹੜੇ ਨੇ ਦੂਰ ਹੁੰਦੇ ਨੇ। ਸੋ ਇਸੇ ਕਰਕੇ ਸਾਨੂੰ ਬਖਸ਼ਿਆ ਨੇ ਹੋਰ ਕਿਤੇ ਕੋਲੇ ਨਹੀਂ ਕਿ ਬਾਣੀ ਪੜ੍ਹਨੀ, ਬਾਣੀ ਸੁਣਨੀ, ਔਰ ਇਹ ਗੁਰੂ ਘਰਾਂ ਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਜਿੱਥੇ ਕਿਤੇ ਕੋਈ ਸਿੱਖ ਸੰਗਤਾਂ ਰਹਿੰਦੀਆਂ ਨੇ, ਭਾਵੇਂ ਥੋੜੀਆਂ ਨੇ ਬਹੁਤੀਆਂ ਨੇ, ਸਭ ਤੋਂ ਪਹਿਲਾਂ ਹਰ ਗੁਰਸਿੱਖ ਦੀ ਇੱਕ ਰੀਝ ਹੁੰਦੀ ਹੈ, ਇੱਕ ਸ਼ਰਧਾ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਨੂੰ ਜਿਹੜੀ ਸਥਾਪਨਾ ਕਰੀਏ, ਜਿੱਥੇ ਗੁਰਬਾਣੀ ਬੜੀ ਸੁਣੀ ਜਾਵੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਅਸੀਂ ਜਾ ਕੇ ਉੱਥੇ ਮੱਥਾ ਟੇਕੀਏ, ਇੱਕ ਦੂਜੇ ਅੱਗੇ ਬੈਠ ਕੇ ਅਰਦਾਸ ਬੇਨਤੀ ਕਰੀਏ। ਇਹ ਹਰ ਗੁਰਸਿੱਖ ਦਾ ਜਿਹੜੀ ਭਾਵਨਾ ਸਭ ਤੋਂ ਪਹਿਲਾਂ ਇਹੀ ਹੁੰਦੀ ਹੈ। ਸੋ ਭਾਵੇਂ ਮੇਰੀ ਜਿਵੇਂ ਜਿਹਦਾ ਤੇਜਾ ਸੀ ਉਹ ਦੱਸਿਆ ਸੀ, ਮੈਂ ਚਾਹੁੰਦਾ ਸੀ ਕਿ ਕੁਝ ਸਮਾਂ ਰਹਿ ਕੇ ਸੰਗਤ ਦੇ ਵਿੱਚ ਬੈਠ ਕੇ ਦਰਸ਼ਨ ਕਰੀਏ, ਲੇਕਿਨ ਕੁਝ ਰੁਝੇਵਿਆਂ ਕਰਕੇ ਜਲਦੀ ਜਾਣਾ ਪੈਣਾ ਹੈ। ਇਸ ਗੱਲ ਦੀ ਵੀ ਮੈਂ ਜਿਹੜੀ ਹੈ ਔਰ ਸੰਗਤ ਤੋਂ ਖਿਮਾ ਵੀ ਚਾਹਣਾ, ਔਰ ਗੁਰੂ ਦੇ ਅੱਗੇ ਅਰਦਾਸ ਵੀ ਆਪਣੇ ਸਾਰੇ ਰਲ ਮਿਲ ਕੇ ਕੀਤੀ ਹੈ। ਸੋ ਮੈਂ ਸਮਝਦਾ ਕਿ ਅੱਜ ਦਾ ਸਮਾਂ ਸਭ ਤੋਂ ਵੱਡਾ ਇਹੀ ਹੈ ਕਿ ਅਸੀਂ ਨਾਮ ਸਿਮਰਨ ਕਰੀਏ, ਗੁਰਬਾਣੀ ਪੜ੍ਹੀਏ, ਗੁਰਬਾਣੀ ਦੇ ਨਾਲ ਜੁੜੀਏ, ਸਿੱਖੀ ਦੇ ਨਾਲ ਜੁੜੀਏ। ਇਹ ਸਾਨੂੰ ਗੁਰੂਆਂ ਤੋਂ ਹੀ ਪ੍ਰਾਪਤ ਹੁੰਦੀ ਹੈ। ਸੋ ਇਸ ਕਰਕੇ ਅੱਜ ਸਭ ਤੋਂ ਵੱਡੀ ਲੋੜ ਹੈ ਕਿ ਸਾਡੇ ਨਵੇਂ ਨੌਜਵਾਨ ਵੀਰ ਨੇ, ਸਾਡੀ ਜਨਰੇਸ਼ਨ ਹੈ, ਇਹ ਗੁਰੂ ਦੇ ਨਾਲ ਜੁੜ ਕੇ ਔਰ ਗੁਰਬਾਣੀ ਦੇ ਨਾਲ ਜੁੜ ਕੇ ਆਪਣਾ ਜਿਹੜਾ ਜੀਵਨ ਹੈ ਅਸੀਂ ਚੰਗਾ ਬਣਾਈਏ। ਜੇ ਗੁਰਬਾਣੀ ਨਾਲ ਜੁੜਾਂਗੇ, ਗੁਰਬਾਣੀ ਸਾਨੂੰ ਇੱਕ ਜੀਵਨ ਦੀ ਸੇਧ ਦਿੰਦੀ ਹੈ, ਗੁਰਬਾਣੀ ਸਾਨੂੰ ਇੱਕ ਜੀਵਨ ਜਾਚਨਾ ਦੱਸਦੀ ਹੈ। ਸੋ ਗੁਰਬਾਣੀ ਦੇ ਨਾਲ ਜੁੜ ਕੇ ਹੀ ਅਸੀਂ ਆਪਣਾ ਜੀਵਨ ਜਿਹੜਾ ਹੈ ਉਹ ਚੰਗਾ ਬਣਾ ਸਕਦੇ ਹਾਂ। ਸੋ ਇਹੀ ਕੋਸ਼ਿਸ਼ ਕੀ ਕਿ ਜਿੰਨਾ ਵੀ ਸਮਾਂ ਹੋਵੇ, ਵੱਧ ਤੋਂ ਵੱਧ ਸਮਾਂ ਜਿਹੜਾ ਗੁਰੂ ਘਰ ਦੇ ਵਾਸਤੇ ਕੱਢੀਏ, ਗੁਰਬਾਣੀ ਪੜ੍ਹੀਏ, ਨਾਮ ਜਪੀਏ, ਸਿਮਰਨ ਕਰੀਏ, ਨਿਤਨੇਮ ਕਰੀਏ। ਸੋ ਇਹ ਸਭ ਤੋਂ ਵੱਡਾ ਸਤਿਗੁਰੂ ਹੈ, ਕਿਉਂਕਿ ਸਾਰੇ ਦੁੱਖਾਂ ਦਾ ਜਿਹੜਾ ਸਭ ਤੋਂ ਵੱਡਾ ਰੋਗਾਂ ਦੀ ਜਿਹੜੀ ਨਿਮਰਤੀ ਹੁੰਦੀ ਹੈ ਉਹ ਗੁਰਬਾਣੀ ਨਾਲ ਹੀ ਹੋ ਸਕਦੀ ਹੈ। ਗੁਰਬਾਣੀ ਨਾਲ ਸਾਨੂੰ ਸ਼ਕਤੀ ਮਿਲਦੀ ਹੈ, ਤੰਦਰੁਸਤੀ ਮਿਲਦੀ ਹੈ। ਸੋ ਇਸੇ ਲਈ ਗੁਰਬਾਣੀ ਸਾਨੂੰ ਗੁਰੂ ਮਹਾਰਾਜ ਨੇ ਦਰਗਾਹ ਤੋਂ ਲੈ ਕੇ ਆਏ ਨੇ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰ। ਗੁਰੂ ਮਹਾਰਾਜ ਸਾਨੂੰ ਇਹ ਸਿੱਧਾਂ ਬਖਸ਼ੀਆਂ ਨੇ। ਸੋ ਮੈਂ ਸਾਰੀ ਸੰਗਤ ਦਾ, ਇੱਥੋਂ ਸਮੁੱਚੇ ਇੱਥੋਂ ਦੀ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਪ੍ਰਧਾਨ ਸਾਹਿਬ ਜੀ ਦਾ। ਹੁਣ ਸਮੁੱਚੀ ਕਮੇਟੀ ਜੋ ਇੱਕ ਚਦੋਆ ਭੇਟ ਕੀਤਾ ਹੈ, ਸਾਰੇ ਮੈਂ ਪ੍ਰਧਾਨ ਸਾਹਿਬ ਨੂੰ ਕਹਿਣਾ ਕਿ ਕੋਲੇ ਫੜ ਕੇ ਉਹਦੀ ਜਿਹੜੀ ਇੱਕ ਸਨੈਪ ਕੀਤੀ ਜਾਵੇ, ਕਿਉਂਕਿ ਬਹੁਤ ਕੀਮਤੀ ਜਿਹੜਾ ਚਦੋਏ ਹੁੰਦੇ ਨੇ ਗੁਰੂ ਸਾਹਿਬ ਦੇ। ਇਹਨਾਂ ਦੇ ਕੋਲੇ ਸਮੁੱਚੀ ਕਮੇਟੀ ਸਾਰੇ ਸੰਗਤ ਨੂੰ ਵਿੱਚ ਕੋਲੇ ਫੜ ਜਾਓ ਤੇ ਉਹਦਾ ਜਿਹੜਾ ਤੁਹਾਡਾ ਚਦੋਆ ਸਾਹਿਬ ਤੁਸੀਂ ਭੇਟ ਕੀਤਾ ਹੈ, ਕਿਉਂਕਿ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਟਾਲ ਲੱਗੀ, ਉੱਥੋਂ ਸਾਰੇ ਕਿਤਾਬਾਂ ਲਓ ਤੇ ਜਿਹੜੇ ਗ੍ਰੰਥੀ ਸਿੰਘ ਨੇ ਬੱਚੇ ਉਹਨਾਂ ਦਾ ਬਾਹਰ ਸਨਮਾਨ ਕਰਨਾ ਹੈ। ਹੋਰ ਕੀਰਤਨ ਜਿਹੜਾ ਹੈ 10 ਦੇ ਜਥੇ ਵੱਲੋਂ 1 ਘੰਟਾ ਕੀਰਤਨ ਕੀਤਾ ਜਾਵੇਗਾ। ਉਸ ਤੋਂ ਬਾਅਦ 12:30 ਹੋਰ ਪ੍ਰੋਗਰਾਮ ਹੋਵੇਗਾ। ਆਓ ਆਪਾਂ ਕੀਰਤਨ ਸ਼ੁਰੂ ਕਰੀਏ। ਪ੍ਰਧਾਨ ਸਾਹਿਬ ਦਾ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਪਾਲ ਸਿੰਘ ਜੀ ਚੀਮਾ ਵਿਰੋਧੀ ਜੀ ਦੇ ਨੇਤਾ ਜੀ ਆਏ ਨੇ, ਉਹਨਾਂ ਦਾ ਮਾਨ ਸਨਮਾਨ ਕਮੇਟੀ ਵੱਲੋਂ ਮੈਂ ਬੇਨਤੀ ਕਰੂੰਗਾ ਕਿ ਉਹ ਵੀ ਕੀਤਾ ਜਾਵੇ, ਕਿਉਂਕਿ ਬੜੇ ਸਤਿਕਾਰਯੋਗ ਨੇ। ਉਹਨਾਂ ਦਾ ਮਾਨ ਸਨਮਾਨ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੇ ਖੜੇ ਆਜੋ ਤੁਸੀਂ ਯਾਰ, ਕਾਹਨੂੰ ਪਿੱਛੇ ਕਰਦੇ ਇਹਨਾਂ ਨੂੰ। ਕਰਾਂਗੇ ਜੀ, ਇਹਨਾਂ ਨੂੰ ਲੈ ਆਵਾਂਗੇ, ਮੰਗੋਗੇ ਲੈ ਆਵਾਂਗੇ, ਕਰਾਵਾਂਗੇ ਮੈਂ ਲਿਖਦਾ ਮੈਂ ਅੱਜ ਬੱਚੇ ਕਰਾਵਾਂਗੇ। को पता ही नहीं छोटा सी बड़ा मोटा जी
रागी, भाई बेअंत सिंह जी रागी, भाई गुरचरण सिंह जी साबका मंत्री, गुरचरण सिंह जी साबका मंत्री साहब, गुरमेल सिंह जी क्लब प्रधान, जसवीर सिंह जी रागी, जसवीर सिंह रागी, ਭਾਈ ਕਰੀਮ ਸਿੰਘ ਜੀ ਹੈਡ ਕਾਉਂਸਲ ਦੇ ਸਾਡੇ भाई जसवंत सिंह जी जो साढ़े कथावाचक ने, भाई जसवंत सिंह जी, भाई जसवंत सिंह जी आरो भाई, जसवंत सिंह जी, बाबू रामलाल जी जो नगर पंचायत साबका प्रधान रामलाल जी, भाई बलकार बलकार सिंह प्रधान, बलकार सिंह जी, सतगुर सिंह जी गुली, सुनाम सिंह जी सत्ता, सौ वोट वास्ते पहले साहब पावन तिथि बहुत बहुत मुबारਕਾਂ ਕਹਿੰਦੇ ਆਪਾਂ ਸਾਰੇ ਨਵੇਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਜੀ ਦੇ ਨਵਰਤੀਆਂ ਗੁਰਦਾ ਦੇ ਸਾਹਮਣੇ ਬੈਠੇ ਹੈਗੇ, ਗੁਰੂ ਜੀ ਦੇ ਉਪਦੇਸ਼ ਸੁਣ ਰਹੇ ਹੈਗੇ। ਜਿਸ ਤਰ੍ਹਾਂ ਪਹਿਲਾਂ ਵੀ ਤੋਂ ਪਹਿਲਾਂ ਇੱਕ ਸਾਲ ਤੱਕ ਲੰਗੋਵਾਲ ਜੀ ਵੀ ਆਏ ਹੈਗੇ, ਬੜੀ ਚੁੱਕਾ ਵਧੀਆ ਆਉਂਦਾ ਹੈ ਸਾਖਵਾ ਇਹ ਸਾਰੀਆਂ ਨਿਰਭਾ ਪਿੰਡ ਦੀਆਂ ਸੰਗਤਾਂ ਦੇ ਸਰਪੰਚਾਂ ਸਾਰਿਆਂ ਜਿਹੜੇ ਵਿਧਾਇਕ ਦੇ ਹੱਕਦਾਰ ਨੇ ਪੂਰੀ ਕਮੇਟੀ ਪ੍ਰਧਾਨ ਜੀ ਕੇਂਦਰ ਦੀ ਲੀਡਰਾਂ ਦੀ ਉਹਨਾਂ ਦੀ 11 ਮੈਂਬਰੀ ਕਮੇਟੀ ਜਿਹੜੀ ਆ ਉਹ ਦਿਨ ਰਾਤ ਬਾਬਾ ਬੈਂਕਰ ਸਾਹਿਬ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੀ ਆ। ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਚੀਜ਼ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਕਿ ਲੰਗਰ ਵਿਵਸਥਾ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀ, ਉਸ ਲੰਗਰ ਵਿਵਸਥਾ ਦੇ ਬੁਲਾਉਣ ਦਾ ਸਭ ਤੋਂ ਵੱਡਾ ਯੋਗਦਾਨ ਹੋਇਆ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ, ਲੋਕਾਂ ਦੀ ਸਿਹਤ ਦਾ ਖਿਆਲ ਹਸਪੀਟਲ ਦੇ ਵਿੱਚ ਲਗਭਗ 70 ਲੱਖ ਦੀ ਹਸਪੀਟਲ ਬਣਾ ਕੇ ਸਭ ਤੋਂ ਉੱਤਮ ਸੇਵਾ ਜਿਹੜੀ ਹੋ ਰਹੀ ਆ, ਕਿਉਂਕਿ ਇਹ ਕੋਰੋਨਾ ਮਹਾਮਾਰੀ ਆ, ਬਹੁਤ ਵੱਡਾ ਪ੍ਰਕੋਪ ਪੂਰੇ ਸੰਸਾਰ ਦੇ ਕਾਰਨ ਹੈ। ਉਸ ਸਮੇਂ ਦੌਰਾਨ ਇਸ ਤਰ੍ਹਾਂ ਸੇਵਾਵਾਂ ਦੇਣੀਆਂ ਬਹੁਤ ਅੱਗੇ ਅਸੀਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ, ਪਰ ਲੇਕਿਨ ਇਹ ਸੇਵਾ ਨਹੀਂ ਬੜੀ ਉੱਤਮ ਆ। ਮੈਂ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇਸ ਸਮੇਂ ਅੱਛਾ ਪ੍ਰਬੰਧ ਕਰ ਰਹੇ ਨੇ। ਬਿਲਕੁਲ ਬਹੁਤ ਇਮਾਨਦਾਰੀ ਦੇ ਨਾਲ ਹਰ ਪ੍ਰਬੰਧ ਜਿਹੜਾ ਹੈ ਪਾਰਦਰਸ਼ਤਾ ਨਾਲ ਕੀਤਾ ਗਿਆ। तो सारिया संगतां नूं फिर मेरे वालों बहुत बहुत मुबारकां और इस तरह उसी कमेटी का बहुत बहुत धन्यवाद और आस करते हैं कि जो काम आ इस तरह जारी रखांगे और गुरु साहिबान की सिक्ख्यावां जिहड़ियां ने घर घर लैके जावांगे, क्योंकि इस समय बहुत सख्त लोड़ है सानूं गुरु साहिबान दी सिक्ख्यावां दा ते चलण दी उन्हां दा जिहड़ा हैगा मार्गदर्शन अपने करके गुरु साहिब दा अगे बढ़ना गा। तो सारी संगतां नूं फिर बहुत बहुत मुबारकां। रहो फतेह। वाहिगुरू जी का खालसा, श्री वाहिगुरू जी की फतेह।
ਬਾਬਾ ਜੀ ਲੀਡ ਦਵਾਇਓ ਇਹਦੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਕਾਲ ਗੁਰਦਾਸ ਜੀ ਸਾਡਾ ਧਰਮ ਬਦਲਿਆ ਜਾ ਰਿਹਾ ਹੈ, ਸਾਡੇ ਧਰਮ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਜਦੋਂ ਦੇਸ਼ ਜੀ ਲੈ ਕੇ ਆਏ ਤਾਂ ਜਗਤ ਜਲੰਦਾ ਰੱਖ ਲਿਆ ਆਪਣੀ ਕਿਰਪਾ ਘਰ। ਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਪੰਡਤੋ ਜਾਓ ਮੇਰੀ ਝੋਲੀ ਚ ਪਵਾ ਲਿਆ, ਹੁਣ ਮੈਂ ਦਿੱਲੀ ਚੱਲਿਆ ਹਾਂ ਆਪਣਾ ਆ ਜਾ